ਤਹਾਂ ਹਕਾਰੇ। ਤੇ ਆਪਦੇ ਰਿਸ਼ਤੇਦਾਰਾਂ ਨੂੰ ਸਾਦੇ ਭੇਜ ਦਿੱਤੇ ਆ ਵੀ ਗੁਰੂ ਅੰਗਦ ਪਾਤਸ਼ਾਹ ਦੇ ਚਰਨਾਂ ਵਿੱਚ ਖਡੂਰ ਸਾਹਿਬ ਹੀ ਸਭ ਆਉਣਾ ਕਰੋ। ਬਾਹਰ ਪੁੱਤਰ ਕੋ ਸ੍ਰੀ ਗੁਰਦੁਆਰੇ। ਤੇ ਬਾੜੋ ਫਿਰ ਆਪਦੇ ਪੁੱਤਰ ਨੂੰ ਸ਼ੀਹੇ ਨੇ ਸ੍ਰੀ ਗੁਰੂ ਅੰਗਦ ਪਾਤਸ਼ਾਹ ਦੇ ਘਰ ਖਡੂਰ ਸਾਹਿਬ। ਮੁੰਡਨ ਰੀਤ ਬੰਸ ਕੀ ਜੈਸੇ। ਜਿਹੜੀ ਇਹਨਾਂ ਦੀ ਅੰਸ਼ ਬੰਸ ਵਿੱਚ ਰੀਤ ਜਿਵੇਂ ਹੁੰਦੀ ਕੋਈ ਰਿਵਾਜ ਸੀਗਾ ਜਿਸ ਪ੍ਰਕਾਰ ਮੰਗਣੇ ਦਾ। ਭਲੀ ਭਾਂਤ ਕਰਵਾਏ ਬਤੈਸੇ। ਤੇ ਗੁਰੂ ਗਰੀਬ ਨਵਾਜ ਨੇ ਮਿਹਰਾਮਤ ਕੀਤੀ ਆ। ਇਹ ਸ਼ੀਹੇ ਉੱਪਰ ਨੇ ਸਾਰਾ ਜਿਹੜਾ ਸ਼ੁਭ ਕਾਰਜ ਪੁੱਤਰ ਦੇ ਮੰਗਣੇ ਦਾ ਉਹ ਇਸ ਜਗ੍ਹਾ ਤੇ ਖਡੂਰ ਸਾਹਿਬ ਕੀਤਾ ਹੈ। ਪਹਿਤ ਭਾਂਤ ਕੋ ਦੀਨ ਆਹਾਰਾ। ਦਾਲ ਤੇ ਚੌਲ ਆਦਿਕ ਇਹੋ ਜਿਹਾ ਜਿਹੜਾ ਵੈ ਸਾਦਾ ਪ੍ਰਸ਼ਾਦਾ ਕੀਤਾ ਹੈ। ਰੁਚ ਕਰ ਖਾਏ ਸਰਬ ਪਰਿਵਾਰਾ। ਸਾਰੇ ਪਰਿਵਾਰ ਸਾਕ ਸੰਬੰਧੀ ਉੱਥੇ ਬੜੀ ਰੁਚੀ ਪ੍ਰੇਮ ਨਾਲ ਛਕ ਰਹੇ ਆ। ਸਿੱਖ ਸੰਗਤ ਸਭ ਹੂਨ ਅਚਾਵਾ। ਹੋਰ ਵੀ ਬੜੀ ਸਿੱਖ ਸੰਗਤ ਜਿਹੜੀ ਖਡੂਰ ਸਾਹਿਬ ਆਈ ਹੋਈ ਸੀ ਸ਼ੀਹਾਂ ਜੀ ਨੇ ਸਭ ਨੂੰ ਪ੍ਰਸ਼ਾਦਾ ਛਕਾਇਆ ਹੈ। ਬਿਘਨ ਕਛੂ ਨਹਿ ਹੋਵਨ ਪਾਵਾ। ਜਿਵੇਂ ਉਹ ਸਗਨਾਂ ਦੇ ਕਾਰਜਾਂ ਵਿੱਚ ਲੋਕ ਡਰਦੇ ਆ ਨਾ ਬਿਗਣਾ ਤੋਂ, ਉਹ ਇਹੋ ਜਿਹਾ ਬਿਗਣ ਨਹੀਂ ਪੈਣ ਦਿੱਤਾ ਸਤਿਗੁਰਾਂ ਕੋਈ ਵੀ। ਸਤਿਗੁਰ ਕੋ ਪ੍ਰਤਾਪ ਅਤ ਭਾਰੀ। ਕਿਉਂਕਿ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦਾ ਪ੍ਰਤਾਪ ਬਹੁਤ ਭਾਰੀ ਵਡਿਆਈ ਵਾਲਾ ਹੈ। ਬਿਘਨਕਾਰ ਹੋਏ ਰਖਵਾਰੀ। ਆ ਜਿਹੜੇ ਵਿਘਨ ਕਰਨ ਵਾਲੇ ਹੁੰਦੇ ਆ ਨਾ ਕੋਈ ਜਿਹੜੇ ਵਿਘਨਕਾਰੀ ਹੁੰਦੇ ਵੈ ਜੇ ਕੋ ਆਖੇ ਸਾਡੇ ਵਿੱਚ ਵਿਘਨ ਕੋਈ ਪਾਉਂਦਾ ਵੈ ਇਹ ਵੀ ਫਿਰ ਗੁਣਕਾਰੀ ਬਣ ਜਾਂਦੇ ਰਖਵਾਲੇ ਬਣ ਜਾਂਦੇ ਹਨ। ਪੂਰਨ ਸਕਲ ਕਾਜ ਤਿਨ ਕਰਿਓ। ਜਿਹੜਾ ਸਾਰਾ ਕਾਰਜ ਸੀਗਾ ਬੱਚੇ ਦੇ ਮੰਗਣੇ ਦਾ ਇਹ ਸ਼ੀਹਾਂ ਜੀ ਨੇ ਕੀਤਾ ਹੈ। ਸ੍ਰੀ ਗੁਰੂ ਪੰਥ ਹਿਰਦੇ ਦ੍ਰਿੜ ਧਰਿਓ। ਤੇ ਜਿਹੜਾ ਗੁਰੂ ਅੰਗਦ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਦਾ ਚਲਾਇਆ ਹੋਇਆ ਪੰਥ ਗੁਰਮਤਿ ਹੈ ਉਹ ਰਸਤੇ ਨੂੰ ਹਿਰਦੇ ਵਿੱਚ ਧਾਰਨਾ ਕੀਤਾ ਹੈ। ਭਇਓ ਸਿੱਖ ਤਿਸ ਦਿਨ ਤੇ ਗੁਰ ਕੋ। ਇਹ ਪੂਰਨ ਸਿੱਖ ਭਾਈ ਸ਼ੀਹਾਂ ਜੀ ਬਣ ਗਿਆ ਗੁਰੂ ਨਾਨਕ ਪਾਤਸ਼ਾਹ ਜੀ ਦਾ। ਸੇਵ ਹੈ ਚਰਨ ਭਾਉ ਕਰ ਉਰ ਕੋ। ਬੜੇ ਹਿਰਦੇ ਵਿੱਚ ਪ੍ਰੇਮ ਜਾ ਕਰਕੇ ਸਤਿਗੁਰਾਂ ਦੇ ਚਰਨ ਜਿਹੜਾ ਹੈ ਉਹ ਪਰਸ ਰਿਹਾ ਚਰਨਾਂ ਨੂੰ ਹਿਰਦੇ ਵਿੱਚ ਰੱਖਦਾ ਭਾਉ ਪ੍ਰੇਮ ਕਰਦਾ ਹੈ। ਦ੍ਰਿੜ ਪ੍ਰਤੀਤ ਕੀਨ ਸਗੁਰ ਓਰੀ। ਇਸ ਪ੍ਰਕਾਰ ਫਿਰ ਬੜੀ ਪੱਕੀ ਨਾ ਹਿਰਦੇ ਵਿੱਚ ਗੁਰੂ ਪਾਸੋਂ ਪ੍ਰਤੀਤ ਪ੍ਰਾਪਤ ਕੀਤੀ ਹੈ। ਆਪਰ ਸਭਨ ਕੀ ਮਨਤਾ ਛੋਰੀ। ਹੋਰ ਜਿਹੜਿਆ ਮਨੌਤਾਂ ਹੁੰਦੀਆਂ ਜਠੇਰਿਆਂ ਮੜ ਮਸਾਣਿਆਂ ਦੀਆਂ ਉਹ ਸਾਰੀ ਛੱਡ ਦਿੱਤੀ ਹੈ। ਜੋ ਸਭ ਤਿਆਗ ਅਲੰਬ ਗੁਰੂ ਗਹਿ। ਤੇ ਸਭ ਨੂੰ ਛੱਡ ਕੇ ਕੇਵਲ ਤੇ ਕੇਵਲ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸਤਿਗੁਰਾਂ ਦਾ ਓਟ ਆਸਰਾ ਤੱਕਿਆ ਹੈ। ਵਸਤ ਅਲਭ ਨਹੀਂ ਕੋ ਮਹਿ ਮਹਿ। ਜਿਹੜੀ ਕੋਈ ਵੀ ਇਹੋ ਜੀ ਧਰਤੀ ਵਿੱਚ ਵਸਤ ਹੈ ਨਹੀਂ ਅਲੱਭ ਜਿਹੜੀ ਨਾ ਮਿਲੀ ਹੋਵੇ ਜਿਨ੍ਹਾਂ ਨੇ ਮਹਾਰਾਜ ਦੇ ਦਰ ਘਰ ਦਾ ਆਸਰਾ ਧਾਰਿਆ ਹੈ। ਸ਼ੀਹਾਂ ਉਪਲ ਇਸੇ ਪ੍ਰਕਾਰੇ। ਕਵੀ ਜੀ ਕਹਿੰਦੇ ਭਾਈ ਜਿਹੜਾ ਸ਼ੀਹਾਂ ਉਪਲ ਨਾਮੇ ਸਿੱਖ ਹੈ। ਭਇਓ ਸਿੱਖ ਸਤਿਗੁਰ ਮਤ ਧਾਰੇ। ਸਤਿਗੁਰਾਂ ਦਾ ਜਿਹੜਾ ਵਾ ਪੂਰਨ ਸਿੱਖ ਬਣਿਆ ਹੈ। ਸਤਿਗੁਰਾਂ ਦੇ ਦਰ ਘਰ ਦੀ ਗੁਰਮਤਿ ਨੇ ਹਿਰਦੇ ਵਿੱਚ ਧਾਰਨ ਕੀਤੀ ਹੈ। ਤੋ ਇਹ ਜਿਹੜਾ ਵਾ ਪ੍ਰਸੰਗ ਤੋਂ ਖਾਲਸਾ ਜੀ ਸਪਸ਼ਟ ਹੁੰਦਾ ਹੈ। ਆ ਜਿਹੜਾ ਮਾਸ ਆਦਿਕ ਖਾਣਾ ਹੈ ਗੁਰਬਾਣੀ ਦੇ ਵਿੱਚ ਸਾਧ ਸੰਗ ਜੀ ਮਾਸ ਤੇ ਮੂਰਖ ਝਗੜਾ ਇਹ ਵੀ ਮਹਾਰਾਜ ਦੀਆਂ ਕਿਰਪਾ ਕੀਤੀ ਪਰ ਨਾਲ ਹੀ ਵਰਜਣ ਵਾਸਤੇ ਬੇਅੰਤ ਪੰਕਤੀਆਂ ਹਨ। ਜੇ ਰਤ ਲੱਗਾ ਕਪਣੀ ਜਾਮਾ ਹੋਏ ਪਲੀਤ ਜੋ ਰਤ ਪੀਵੈ ਮਾਨਸਾ ਤਿਨ ਕਿਉ ਨਿਰਮਲ ਚੀਤ ਆਪਸ ਕਾ ਮਨਵਰ ਕਰ ਥਾਪਹੁ ਕਾ ਕਉ ਕਹੋ ਕਸਾਈ। ਕਹਿੰਦੇ ਜੇ ਭਾਈ ਤੁਸੀਂ ਜੀਵਾਂ ਦੀ ਹੱਤਿਆ ਕਰੋ ਧਰਮੀ ਹੋ ਕੇ ਜਾਂ ਜੀਵਾਂ ਦੀ ਹੱਤਿਆ ਕਰੋ ਤੇ ਧਰਮੀ ਵੀ ਕਹਾਓ ਫਿਰ ਧਰਮੀ ਮੁਨਵਰ ਕਹਾਉਂਦੇ ਵੈ ਜੀਵਾਂ ਦੀ ਹੱਤਿਆ ਕਰਕੇ ਫਿਰ ਕਸਾਈ ਕੌਣ ਨੇ ਫਿਰ ਕਸਾਈ ਕਿਹਨੂੰ ਆਖਾਂਗੇ ਫਿਰ ਇਉਂ ਜਾਣ ਲਓ ਫਿਰ ਉਹ ਤਾਂ ਨਾ ਕਸਾਈ ਹੋਏ ਜਿਹੜੇ ਬੱਕਰੇ ਵੱਢਦੇ ਉਹ ਤਾਂ ਦੁਕਾਨਦਾਰੀ ਕਰਕੇ ਪਰਿਵਾਰ ਦੀ ਪੇਟ ਪੂਰਤੀ ਕਰਕੇ ਵੱਢ ਰਹੇ ਆ। ਤੋ ਇਸ ਪ੍ਰਕਾਰ ਜਿਹੜਾ ਵੈ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਵਰਜਿਤ ਕੀਤਾ ਹੈ। ਝਗੜਾ ਕੋਈ ਨਹੀਂ ਹੈ ਪਰ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸਾਧ ਸੰਗੀ ਜੀਆਂ ਕੋਹਤ ਨ ਸੰਗੈ ਪ੍ਰਾਣੀ ਮਹਾਰਾਜ ਪਾਪੀਆਂ ਦੀ ਬਿਰਤੀ ਦੱਸਦੇ ਵੈ ਜੀਆਂ ਨੂੰ ਕੋਂਦਾ ਹੋਇਆ ਸੰਗ ਨਹੀਂ ਮਨਾਉਂਦਾ ਹੈ। ਤੋ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਆਂ ਨੇ ਖਾਲਸਾ ਜੀ ਛਾਦਨ ਭੋਜਨ ਕੀ ਆਸ ਨਾ ਕਰੀ ਚਿੰਤ ਮਿਲੈ ਸੋ ਪਾਏ। ਸਤਿਗੁਰਾਂ ਦੇ ਲੰਗਰਾਂ ਵਿੱਚ ਵੀ ਹੁਣ ਤੀਕਰ ਮਰਿਆਦਾ ਦਾਲ ਫੁਲਕਾ ਪ੍ਰਸ਼ਾਦ ਆਦਿਕ ਚੱਲਦਾ ਹੈ। ਇੱਥੇ ਜਿਵੇਂ ਉਹ ਪ੍ਰਸੰਗ ਆਇਆ ਸ਼ਗਨ ਦਾ ਬੱਚੇ ਦੇ ਮੰਗਣੇ ਦਾ ਤੋ ਕੁੱਲ ਦੀ ਰੀਤ ਨੂੰ ਵੇਖ ਵੇਖ ਕੇ ਅੱਜ ਜਿਹੜਾ ਜਿਸ ਪ੍ਰਕਾਰ ਸਿੱਖਾਂ ਦੇ ਘਰਾਣੇ ਕਰਦੇ ਆ ਸ਼ਰਾਬ ਪੀਂਦੇ ਵੈ ਹੋਰ ਸਤਸੰਗ ਜੀ ਕਿੰਨੇ ਜੀਵਾਂ ਦੀ ਹੱਤਿਆ ਕਰਦੇ ਹਨ।
ਜੇ ਕੋਈ ਸਿੱਖ ਆਪਦੀ ਧੀ ਦਾ ਵਿਆਹ ਕਰੇ ਤੇ ਉਥੇ ਖਾਲਸਾ ਜੀ 100 ਆ ਮੁਰਗੇ ਆਦਿਕ ਹਜ਼ਾਰਾਂ ਦੀ ਗਿਣਤੀ ਵਿੱਚ ਮਾਰ ਕੇ ਉਹ ਬਰਾਤ ਨੂੰ ਖਵਾ ਕੇ ਪੇਟ ਭਰ ਕੇ ਉਹ ਧੀ ਤੋਰੇ। ਜਿੱਥੇ 1000 ਦੇ ਨੇੜ ਜਾਂ 500-700 ਕਤਲ ਹੋਇਆ ਉਹ ਧੀ ਕਿਵੇਂ ਸੁਖੀ ਵਸੇਗੀ। ਜਿੱਥੇ 100 500 ਕਤਲ ਕਰਕੇ ਧੀ ਤੋਰੀ ਜਾਂਦੀ ਹੈ। ਜਿਹੜੇ ਲੈਣ ਆਉਂਦੇ ਵਾ ਬਰਾਤ ਉਹ ਲਾੜੇ ਵਾਲੇ ਕਹਿ ਲਓ, ਉਹ ਵੀ ਖਾਲਸਾ ਜਦੋਂ ਇਹ ਪੁੱਤਰੀ ਦਾ ਘਰੇ ਪੈਰ ਪਵਾਉਂਦੇ ਆ ਜਾਂਦਿਆਂ ਨੂੰ ਉੱਥੇ ਵੀ ਮਾਸ ਪਿਆਰੇ ਜਦਾ ਹੈ। ਉੱਥੇ ਵੀ ਕਿੰਨਿਆਂ ਦੀਆਂ ਬਲੀਆਂ, ਕਿੰਨਿਆਂ ਦੇ ਸਿਰ ਵੱਢੇ ਜਾਂਦੇ ਵਾ। ਜਿਹੜਾ ਘਰ ਖਾਲਸਾ ਜੀ ਬੁੱਚੜਖਾਨਾ ਬਣਿਆ ਹੋਇਆ, ਮਹਾਰਾਜ ਦਾ ਪ੍ਰਕਾਸ਼, ਮਹਾਰਾਜ ਦੀ ਬਾਣੀ, ਮਹਾਰਾਜ ਦਾ ਵਾਸਾ ਕੋਈ ਨਹੀਂ, ਉਥੋਂ ਫਿਰ ਕਿਵੇਂ ਸੁੱਖ ਭਾਲਿਆ ਜਾਵੇਗਾ। ਤੋ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਖਾਲਸਾ ਜੀ ਸਾਰੇ ਪਾਸੇ ਦੁੱਖ ਹੀ ਦੁੱਖ ਹੈ। ਦੱਦਾ ਦੋਸ ਨਾ ਦਿਓ ਕਿਸੈ ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜਹਿ ਅਵਰ ਜਨਾ। ਤੋ ਇਹੋ ਜਿਹੀ ਹਾਲਤ ਵਿੱਚ ਖਾਲਸਾ ਜੀ ਅਸੀਂ ਬੱਚੇ ਬੱਚੀਆਂ ਦਾ ਫਿਰ ਸੁੱਖ ਲੋਚਦੇ ਹਾਂ, ਕਦੇ ਨਹੀਂ ਪ੍ਰਾਪਤ ਹੋਵੇਗਾ ਜਿੱਥੇ ਐਡਾ ਘੋਰ ਪਾਪ ਕੁਝ ਹੀ ਸਮੇਂ ਪਹਿਲਾਂ ਪਾਪ ਹੋਵੇ। ਕਿੰਨੇ ਜੀਵਾਂ ਦੀ ਹੱਤਿਆ ਕਰ ਕਰ ਧੀਆਂ ਤੋਰਨੀਆਂ, ਧੀਆਂ ਵਿਆਹ ਵਿਆਹ ਕੇ ਨੂੰਹਾਂ ਲੈ ਕੇ ਆਉਣੀਆਂ। ਉੱਥੇ ਖਾਲਸਾ ਜੀ ਸੁੱਖ ਦੀ ਇੱਛਾ ਰੱਖਣ ਦਾ ਕੋਈ ਜਿਹੜਾ ਮਨੋਰਥ ਨਹੀਂ ਨਾ ਪੂਰੀ ਹੋਵੇਗੀ। ਤੋ ਇੱਥੇ ਮਹਾਰਾਜ ਜੀਆਂ ਵੀ ਇਤਿਹਾਸ ਵਿੱਚ ਸੱਚੇ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਵਿੱਚ ਜ਼ਿਕਰ ਆ ਹੀ ਗਿਆ ਕਿ ਜਿਹੜਾ ਪਾਵਨ ਪਵਿੱਤਰ ਮਹਾਰਾਜ ਦੀ ਚਰਨ ਸ਼ਰਨ ਵਿੱਚ ਸਾਦਾ ਪ੍ਰਸ਼ਾਦਾ ਪਾਣੀ ਕਰਕੇ ਜਿਹੜਾ ਆਨੰਦ ਮਿਲਦਾ ਹੈ ਉਹ ਕਿਤੇ ਪ੍ਰਾਪਤ ਨਹੀਂ ਹੋਰ। ਜਿਹੜੇ ਖਾਣ ਪੀਣ ਵਾਲੇ ਆ ਉਹ ਸਾਧ ਸੰਗ ਜੀ ਮਹਾਰਾਜ ਕਹਿੰਦੇ ਮਨਮੁਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ, ਜਿਚਰ ਖਾਵਣ ਪੀਵਣੇ ਤਿਚਰ ਰੱਖਣ ਗੰਢ। ਜਿੰਨਾ ਚਿਰ ਦਾ ਖਵਾਓ ਪਿਆਓ ਉਹਨਾਂ ਚਿਰ ਰਿਸ਼ਤੇਦਾਰੀਆਂ, ਉਹਨਾਂ ਚਿਰ ਹੀ ਸਾਕ ਸੰਬੰਧੀ। ਜਦੋਂ ਕੋਈ ਹੱਡ ਹੁੱਡ ਜੇ ਨਾ ਖਵਾਓ ਮੁੜ ਕੇ ਕੋਈ ਆਉਣਾ ਹੀ ਹਟ ਜਾਂਦੇ। ਇਹੋ ਜਿਹੀ ਹਾਲਤ ਫਿਰ ਮਹਾਰਾਜ ਕਹਿੰਦੇ ਹੇਸ਼ੀ ਹਾਂ ਇਹ ਖਾ ਜਾਣਗੇ ਪੇਟ, ਇਹਨਾਂ ਭਰ ਲੈਣੇ, ਜੀਵ ਦੇ ਸਵਾਦ ਇਹਨਾਂ ਮਾਚ ਲੈਣੇ ਆ ਤੇ ਉਥੇ ਲੇਖਾ ਤੈਨੂੰ ਇਕੱਲੇ ਨੂੰ ਦੇਣਾ ਪੈਣਾ ਹੈ। ਇਹ ਤਾਂ ਸਮਝ ਗਿਆ ਖਾਲਸਾ ਜੀ ਸਿਆਣਾ ਸਿੱਖ ਸੀ। ਕਵੀ ਜੀ ਕਹਿੰਦੇ ਦੇ ਘਰ ਵਿੱਚ ਕਿਸੇ ਦੀ ਵਸਤੂ ਦੀ ਘਾਟ ਨਾ ਰਹੀ। ਜਦੋਂ ਦਾ ਸਿੱਖ ਬਣਿਆ ਤੇ ਪੂਰੀ ਗੁਰਮੱਤ ਹਿਰਦੇ ਵਿੱਚ ਧਾਰੀ। ਫਿਰ ਜਿਹੜੇ ਆ ਜਠੇਰੇ ਜਠੂਰੇ ਜੇ ਪੂਜਣੇ ਵਾ ਵੱਡਿਆਂ ਨੂੰ ਆਪਦਿਆਂ ਨੂੰ ਪੂਜੀ ਜਾਣਾ, ਉਹਨਾਂ ਦੇ ਪੈਸੇ ਰੱਖਣਾ, ਹਾਏ ਕੁਛ ਕਰ ਨਾ ਦੇਣ। ਸਗਣ ਅਪਸਗਣ ਤਾਂ ਖਾਲਸਾ ਜੀ ਇਹ ਨਹੀਂ ਹੈ ਜ਼ਰੂਰ, ਪਰ ਲੱਗਦੇ ਉਹਨਾਂ ਨੂੰ ਜਿਨ੍ਹਾਂ ਦੇ ਪੱਲੇ ਨਾਮ ਨਹੀਂ ਹੈ। ਉਹਨਾਂ ਨੂੰ ਖਾਲਸਾ ਜੀ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਨਹੀਂ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਖਿਨ ਮਹਿ ਕੌੜੇ ਹੋਏਗਾ ਜਿਤੜੇ ਮਾਇਆ ਭੋਗ। ਜਿਨ੍ਹਾਂ ਦੇ ਹਿਰਦੇ ਚੋਂ ਪਰਮੇਸ਼ਰ ਵਿਸਰਿਆ ਹੋਇਆ ਹੈ ਉਹਨਾਂ ਨੂੰ ਖਾਲਸਾ ਜੀ ਕਰੋੜਾਂ ਵਿਘਨ ਲੱਗਦੇ ਆ। ਛੋਟਾ ਛੋਟਾ ਵਿਘਨ ਵੀ ਜਿਹੜਾ ਹੈ ਜਾਂ ਛੋਟੀ ਤਾਕਤ ਵਾਲਾ ਵੀ ਕੋਈ ਵਿਘਨਕਾਰੀ ਆਣ ਵਿਘਨ ਪਾਉਂਦਾ, ਕਿਉਂਕਿ ਹਿਰਦੇ ਵਿੱਚ ਕੋਈ ਨਾਮ ਨਹੀਂ, ਘਰ ਵਿੱਚ ਨਾਮ ਦਾ ਵਾਸਾ ਨਹੀਂ, ਬਾਣੀ ਨਹੀਂ, ਕੋਈ ਅੰਮ੍ਰਿਤ ਕੀ ਦਾਤ ਪਰਿਵਾਰ ਦੇ ਕਿਸੇ ਜੀ ਕੋਲ ਨਹੀਂ, ਕੋਈ ਬਾਣੀ ਨਹੀਂ ਪੜ੍ਹਨੀ, ਗੁਰੂ ਘਰੇ ਕੋਈ ਜਾਂਦਾ ਨਹੀਂ, ਜਿਸ ਦੇ ਕਾਰਨ ਇਤਨੇ ਦੁੱਖਾਂ ਦਾ ਕਾਰਨ ਖਾਲਸਾ ਜੀ ਪਰਿਵਾਰ ਉਹ ਵੇਖਣ ਨੂੰ ਪਰਿਵਾਰ ਪਰ ਉਹ ਬੱਝਾ ਰੁੱਝਾ ਨਰਕ ਬਣਿਆ ਹੋਇਆ ਹੈ। ਤੋ ਗੁਰੂ ਗਰੀਬ ਨਿਵਾਜ ਜੀਆਂ ਨੇ ਇੱਥੇ ਇਹ ਵੀ ਫਿਰ ਇਤਿਹਾਸ ਵਿੱਚ ਜ਼ਿਕਰ ਆਇਆ ਹੈ ਸਤਿਗੁਰਾਂ ਦੀ ਦਇਆ ਸਦਕਾ, ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਦਰ ਘਰ ਦਾ ਆਸਰਾ ਗ੍ਰਹਿਣ ਕਰ ਲਿਆ। ਉਹਨਾਂ ਨੂੰ ਫਿਰ ਆ ਜਿਹੜੇ ਭੂਤ ਪ੍ਰੇਤ ਆ, ਵੱਡੇ ਵਡੇਰੇ ਆ, ਮੜੀ ਮਸਾਣੀ ਵਾਲੇ ਜਿੰਨਾ ਵੀ ਟੋਲਾ ਹੈ ਕੁਝ ਨਹੀਂ ਵਿਗਾੜ ਸਕਦਾ, ਜਿਨ੍ਹਾਂ ਨੇ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਦਾ ਸ਼ਰਨ ਤੱਕੀ ਹੈ। ਬਾਕੀ ਪਿੱਛੇ ਪ੍ਰਸੰਗ ਆ ਹੀ ਗਿਆ। ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਦਾ ਪ੍ਰਤਾਪ ਵੇਖ ਕੇ ਖਾਲਸਾ ਜੀ ਉਹ ਭੂਤ ਪ੍ਰੇਤ ਜਿੰਨੇ ਸੀਗੇ ਸਾਰੇ ਦੇ ਸਾਰੇ ਗੋਇੰਦਵਾਲ ਸਾਹਿਬ ਦੀ ਧਰਤੀ ਛੱਡ ਕੇ ਨੱਸ ਗਏ ਸੀ। ਹੱਥ ਜੋੜ ਜੋੜ ਕੇ ਸਮਾਂ ਮੰਗ ਮੰਗ ਕੇ ਨਿਕਲੇ ਤੇ ਉੱਥੇ ਸੁੰਦਰ ਨਗਰ ਗੋਇੰਦਵਾਲ ਸਾਹਿਬ ਦਾ ਵਸਿਆ ਹੋਇਆ ਹੁਣ ਤੱਕ ਹੈ। ਤੋ ਕਵੀ ਜੀ ਇੱਥੇ ਕਹਿੰਦੇ ਆ ਕਿ ਗੁਰਮਤਿ ਧਾਰਨ ਕੀਤੀ ਸ਼ੀਹਾਂ ਉੱਪਲ ਜੀਆਂ ਨੇ, ਸੁਚੱਜੇ ਸਿੱਖ ਬਣੇ ਹਨ। ਬਹਰੋ ਸ਼੍ਰੀ ਅੰਗਦ ਬਹਬਾਰੀ। ਇਥੋਂ ਫਿਰ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੀ ਵਾਰ ਖਡੂਰ ਸਾਹਿਬ ਆਉਂਦੇ ਤੇ ਖਡੂਰ ਸਾਹਿਬ ਤੋਂ ਗੋਇੰਦਵਾਲ ਜਾਤ ਹਿਤ ਧਾਰੀ। ਬੜਾ ਪ੍ਰੇਮ ਧਾਰਦੇ ਹੋਏ ਸ਼੍ਰੀ ਅਮਰਦਾਸ ਜੀਆਂ ਦੇ ਤਾਈ ਖਡੂਰ ਸਾਹਿਬ ਤੋਂ ਗੋਇੰਦਵਾਲ ਜਾਇਆ ਕਰਦੇ ਆ, ਬਹੁਤ ਵਾਰ ਜਾਂਦੇ ਆ। ਮਿਲਹਿ ਦਾਸ ਕੋ ਆਨੰਦ ਦੇਤ।
ਜਾ ਕੇ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਦਰਸ਼ਨ ਦਿੰਦੇ ਆ, ਬੜਾ ਆਨੰਦ ਬਖਸ਼ਦੇ ਹਨ। ਵਹਿਰ ਰਹਿ ਕੈ ਜਾਏ ਨਿਕੇਤ। ਕਈ ਵਾਰ ਤਾਂ ਜਿੱਥੇ ਉਹ ਪਾਵਨ ਚੁਬਾਰਾ ਸਾਹਿਬ ਦਾ ਸਥਾਨ ਹੈ ਉੱਥੇ ਚਲੇ ਜਾਂਦੇ ਆ। ਕਈ ਵਾਰੀ ਸ੍ਰੀ ਅਮਰਦਾਸ ਜੀ ਬਾਹਰ ਹੀ ਮਿਲ ਪੈਂਦੇ ਨਗਰ ਦੇ, ਇੱਥੋਂ ਹੀ ਨਦੀ ਦੇ ਕਿਨਾਰੇ ਜਾ ਪਹੁੰਚਦੇ ਆ, ਜਿੱਥੇ ਬਿਆਸਾ ਦਾ ਦਰਿਆ, ਜਿੱਥੇ ਹੁਣ ਬੌਲੀ ਸਾਹਿਬ ਦਾ ਸਥਾਨ ਹੈ, ਇੱਥੇ ਆਣ ਬੈਠ ਜਾਂਦੇ ਆ। ਇਸ ਪ੍ਰਕਾਰ ਕੁਛ ਸਮਾਂ ਬਿਤਾਏਬ। ਇਸੇ ਤਰ੍ਹਾਂ ਕੁਝ ਕੁ ਸਮਾਂ ਬਤੀਤ ਹੋਇਆ। ਜਗ ਮਹਿ ਮਗ ਸਿੱਖੀ ਪ੍ਰਗਟਾਏਬ। ਸੰਸਾਰ ਵਿੱਚ ਸਤਿਗੁਰਾਂ ਨੇ ਸਿੱਖੀ ਦਾ ਰਸਤਾ ਪ੍ਰਗਟ ਪ੍ਰਤੱਖ ਕੀਤਾ ਹੈ। ਗਈ ਬਤੀਤ ਸਿਸਰ ਰਤ ਸਾਰੀ। ਇਸੇ ਤਰ੍ਹਾਂ ਸਮਾਂ ਬਤੀਤ ਹੁੰਦਾ ਪਤਝੜ ਰੁੱਤ ਜਿਹੜੀ ਆ ਨਾ ਸਾਧ ਸੰਗਤ ਜੀ ਸਾਰੀ ਬਤੀਤ ਹੋ ਗਈ ਹੈ। ਜਿਵੇਂ ਆ ਫੱਗਣ ਜੇ ਦਾ ਮਹੀਨਾ, ਮਾਘ ਤੇ ਆਦਿਕ ਜਿਹੜੇ ਵਾ ਇਹ ਮਹੀਨੇ ਜਿਹੜੇ ਵਾ ਮੰਨੇ ਜਾਂਦੇ ਆ, ਸਿਸਰ ਰੁੱਤ ਦੇ ਲੰਘ ਗਈ ਹੈ। ਸਭ ਥਲ ਭਾ ਬਸੰਤ ਗੁਲਜਾਰੀ। ਸਾਰੇ ਪਾਸੇ ਬਸੰਤ ਰੁੱਤ ਆਉਣ ਕਰਕੇ ਬੜੀ ਗੁਲਜ਼ਾਰ ਹੈ, ਬਹਾਰ ਖਿੜੀ ਹੋਈ ਹੈ। ਚੜਿਓ ਚੇਤ ਸਭ ਕੋ ਸੁਖ ਦੇਤ। ਸਾਰਿਆਂ ਨੂੰ ਸੁਖ ਦੇਣ ਵਾਲਾ ਚੇਤਰ ਦਾ ਮਹੀਨਾ ਚੜ ਆਇਆ ਜਦ। ਨਹਿ ਅਤ ਸੀਤ ਨਾ ਉਸ਼ਨ ਤਪੇਤ। ਜਿਸ ਮਹੀਨੇ ਵਿੱਚ ਨਾ ਬਹੁਤੀ ਠੰਡ ਹੁੰਦੀ ਹੈ ਤੇ ਨਾ ਹੀ ਗਰਮੀ ਨਾਲ ਤਾਪ ਹੁੰਦਾ ਹੈ। ਬਿਕਸੇ ਕੁਸਮ ਅਨੇਕਨ ਰੰਗ। ਕਵੀ ਜੀ ਇੱਥੇ ਬਸੰਤ ਦਾ ਖਾਲਸਾ ਜੀ ਬੜਾ ਸੁੰਦਰ ਜਿਹੜਾ ਵੇ ਉਹ ਚਿੱਤਰ ਖਿੱਚ ਰਹੇ ਆ। ਕਹਿੰਦੇ ਕਿ ਬੜੇ ਸੁੰਦਰ ਭਾਂਤ ਭਾਂਤ ਦੇ ਨਾਨਾ ਤਰ੍ਹਾਂ ਦੇ ਫੁੱਲ ਖਿਲੇ ਹੋਏ ਆ। ਅਤ ਸ਼ੋਭਾ ਸੁੰਦਰ ਸਰਬੰਗ। ਸਾਰੇ ਤਰ੍ਹਾਂ ਸਾਰੇ ਰੰਗਾਂ ਦੇ ਐਸਾ ਪ੍ਰਕਾਰ ਦੇ ਫੁੱਲ ਜਿਨ੍ਹਾਂ ਦੀ ਬੜੀ ਡਾਢੀ ਸ਼ੋਭਾ ਬੜੀ ਵੇਖ ਕੇ ਆਨੰਦ ਆਉਂਦਾ ਹੈ। ਪਾਤ ਨਿਪਾਤ ਪਲਾਸ ਪ੍ਰਕਾਸ਼ੇ। ਹੋਰ ਜਿਹੜੇ ਵਾ ਨਾ ਪਾਤ ਨਿਪਾਤ ਜਿਹੜੇ ਪੱਤਰੇ ਹਨ ਉਹ ਕਿਹੜੇ ਆ? ਇੱਕ ਤਾਂ ਪਲਾਹ ਦੇ ਰੁੱਖ ਜਿਹੜੇ ਹਨ, ਤੋ ਇਸੇ ਪ੍ਰਕਾਰ ਇਹਨਾਂ ਦੇ ਬੜੇ ਪੱਤੇ ਪ੍ਰਕਾਸ਼ ਹੋ ਰਹੇ ਹਨ। ਪਲਾਹ ਦੇ ਰੁੱਖ ਬੜੇ ਹੀ ਖਿੜ ਰਹੇ ਆ। ਜਿਤ ਕਿਤ ਅਰਨ ਬਰਨ ਹੀ ਭਾਸੇ। ਤੋ ਛਿਛਰੇ ਦੇ ਪੱਤੇ ਜਿਹੜੇ ਆ ਝੜੇ ਹੋਏ ਹੋਣ ਕਰਕੇ ਕੱਲੇ ਫੁੱਲ ਹੀ ਲੱਗੇ ਹੋਏ। ਉਹ ਛਿਛਰੇ ਦਾ ਜਾਂ ਪਲਾਹ ਦਾ ਰੁੱਖ ਹੁੰਦਾ ਸਾਧ ਸੰਗਤ ਜੀ, ਉਹ ਪਹਿਲਾਂ ਉਹ ਪੱਤੇ ਝੜ ਜਾਂਦੇ ਆ, ਫੁੱਲ ਪਹਿਲਾਂ ਕੱਢਦਾ। ਇੱਕ ਗੁੱਲ ਮੋਰ ਦਾ ਵੀ ਹੁੰਦਾ ਰੁੱਖ ਜਿਹਾ, ਉਹ ਪੱਤੇ ਬਾਅਦ ਵਿੱਚ ਕੱਢਦੇ ਆ, ਪਹਿਲਾਂ ਲਾਲ ਸੂਹੇ ਫੁੱਲ ਕੱਢਦੇ ਹਨ। ਜਹਾਂ ਦਿਸ਼ ਬਨ ਕੀ ਦਿਖੀਤ ਭੂਮ। ਕਵੀ ਜੀ ਕਹਿੰਦੇ ਚਾਰੇ ਪਾਸੇ ਜਿਹੜਾ ਹੈ ਇਹ ਜੰਗਲ, ਉਹ ਜੰਗਲ ਦੀ ਧਰਤੀ ਇਉਂ ਲੱਗਦੀ ਹੈ। ਜਨ ਗਨ ਅਗਨੀ ਲਾਟ ਅਧੂਮ। ਵੀ ਲਾਲ ਰੰਗ ਦੇ ਫੁੱਲ ਬੜੇ ਸੁੰਦਰ ਲੱਗਦੇ ਆ। ਜੰਗਲ ਵਿੱਚ ਪੀਲੇ ਫੁੱਲ ਕੁਝ ਖਿਲੇ ਹੋਏ ਆ। ਜਿੱਥੇ ਪੀਲੇ ਫੁੱਲ ਖਿਲੇ ਆ, ਕਵੀ ਜੀ ਕਹਿੰਦੇ ਉੱਥੇ ਇਉਂ ਲੱਗਦਾ ਜਿਵੇਂ ਅੱਗ ਹੈ ਪਰ ਧੂਆਂ ਨਹੀਂ ਹੈ, ਕੱਲੀ ਅੱਗ ਹੀ ਹੋਵੇ। ਉਹ ਧੂਏ ਨਾਲ ਤਾਂ ਕਾਲਾ ਜਿਹਾ ਲੱਗਦਾ ਸਾਰਾ ਪਾਸਾ, ਕੱਲੀ ਅੱਗ ਵਾਂਗੂ ਪੀਲਾ ਪ੍ਰਕਾਸ਼ ਪੀਰੇ ਫੁੱਲਾਂ ਦਾ ਹੈ। ਉਪਬਨ ਮਹਿ ਗੁਲਾਬ ਚਟਕੀਲੇ। ਬੜੇ ਚਮਕਦਾਰ ਗੁਲਾਬ ਦੇ ਫੁੱਲ ਵੀ ਜੰਗਲ ਵਿੱਚ ਖਿਲੇ ਹੋਏ ਵੱਡੇ। ਵਿਕਸਤ ਬੂਟਨ ਸਾਥ ਛਬੀਲੇ। ਬੜੇ ਬੂਟਿਆਂ ਦੇ ਨਾਲ ਲੱਗੇ ਹੋਏ ਤੇ ਬੜੀ ਸ਼ੋਭਾ ਛਾ ਰਹੀ। ਸਭ ਈਲੇ ਸ਼ੋਭਾ ਦਾ ਈਲੇ ਘਰ ਹਨ। ਕੌਣ ਕੌਣ ਤਰ ਫੁੱਲਣ ਕੇਰੀ। ਕਾੜੇ ਕਿਹੜੇ ਫੁੱਲ ਲੱਗੇ ਕਵੀ ਜੀ ਕਹਿੰਦੇ ਦੱਸੇ ਨਹੀਂ ਜਾ ਸਕਦੇ। ਬੇਅੰਤ ਤਰ੍ਹਾਂ ਦੇ ਫੁੱਲ ਤੇ ਰੁੱਖ ਲੱਗੇ ਹੋਏ ਆ। ਕਹੀ ਇਹ ਜਾਤ ਰੁਚਿਰਤਾ ਹੇਰੀ। ਬਸ ਕਹਿੰਦੇ ਕੀ ਜਾਤ ਉਹਨਾਂ ਦੀ ਕਹੀਏ, ਬਸ ਸੁੰਦਰਤਾ ਵੇਖ ਕੇ ਅਸਚਰਜ ਹੋ ਜਾਈਦਾ ਹੈ। ਸ਼ੋਭਾ ਬਣ ਉਪਬਨ ਕੀ ਬਾਢੀ। ਬੜੀ ਭਾਰੀ ਸ਼ੋਭਾ ਹੈ ਇਸ ਜੰਗਲਾਂ ਦੀ ਬਣੀ ਹੋਈ ਹੈ। ਜਿੱਥੇ ਬਹੁਤੇ ਰੁੱਖ ਉੱਥੇ ਬੜੇ ਸੁੰਦਰ ਫੁੱਲ ਖਿਲੇ ਹੋਏ। ਬਸੰਤ ਦਾ ਮਹੀਨਾ ਹੋਣ ਕਾਰਨ ਮਨਹ ਦਿਖਾਵਣ ਨਿਜ ਤੇ ਕਾਢੀ। ਇਉਂ ਮਾਨੋ ਵੀ ਆਪਦੇ ਜਿਹੜੇ ਵੇ ਆਪਦੀ ਸ਼ੋਭਾ ਵਿਖਾਉਣ ਵਾਸਤੇ ਨਾ ਆਪਦਾ ਆਪਾ ਵਿਖਾ ਰਹੇ ਹਨ। ਸਾਰੇ ਫੁੱਲ ਜਿਹੜੇ ਹਨ ਬਗੀਚੇ ਤੇ ਆਦਿਕ ਜਿਹੜੇ ਨਾ ਬਣ ਮਾਨੋ ਆਪਣੇ ਵਿੱਚੋਂ ਦਿਖਾਉਣ ਲਈ, ਸਭ ਨੂੰ ਪ੍ਰਕਾਸ਼ ਕਰਨ ਲਈ ਉਹ ਫੁੱਲ ਕੱਢ ਕੱਢ ਕੇ ਵਿਖਾ ਰਿਹਾ ਹੋਵੇ। ਬ੍ਰਿੰਦ ਬਿਹੰਗਨ ਬੋਲ ਭਜਨੀਅਤ। ਬੜੇ ਸੁੰਦਰ ਨਾਨਾ ਤਰ੍ਹਾਂ ਦੇ ਪੰਛੀ ਆ, ਉਹ ਬਹੁਤ ਸੋਹਣੀ ਚਹਿਲ ਪਹਿਲ ਕਰਦੇ ਹਨ, ਬੜੇ ਬੋਲਦੇ ਸੁਣੇ ਜਾਂਦੇ ਆ। ਕਾਨਨ ਰਹਿ ਕਾਨਨ ਮਹਿ ਸੁਨੀਅਤ। ਉਹ ਕੰਨਾਂ ਦੇ ਵਿੱਚ ਸੁਣੇ ਜਾਂਦੇ। ਜੰਗਲ ਦੇ ਵਿੱਚੋਂ ਬੜੇ ਸ਼ੋਰ ਸ਼ਰਾਬੇ ਦੀ ਆਵਾਜ਼ ਆਉਂਦੀ ਆ ਪੰਛੀਆਂ ਦੇ। ਰੁੱਤ ਬਸੰਤ ਜਗ ਵਿਦਤ ਛਬੀਲਾ। ਸੰਸਾਰ ਦੇ ਵਿੱਚ ਸ਼ੋਭਾ ਦਾ ਘਰ ਮੰਨੀ ਜਾਂਦੀ ਜਿਹੜੀ ਬਸੰਤ ਦੀ ਰੁੱਤ ਹੈ। ਚੇਤ ਤੇ ਵਿਸਾਖ ਦਾ ਮਹੀਨਾ। ਸ਼ਾਂਤ ਬ੍ਰਿਤ ਸਤਿਗੁਰ ਕੀ ਲੀਲਾ। ਤੇ ਸ਼ਾਂਤੀ ਬ੍ਰਿਤੀ ਜਿਹੜੀ ਇਹਨਾਂ ਗੁਰੂ ਅਮਰ ਅੰਗਦ ਦੇਵ ਜੀ ਪਾਤਸ਼ਾਹ ਦੀ ਬਿਲਕੁਲ ਸ਼ਾਂਤ ਹੈ। ਲੀਲਾ ਹੈ ਸਤਿਗੁਰਾਂ ਦੀ। ਆਵਤ ਗੋਇੰਦਵਾਲ ਜਦਾਈ। ਗੋਇੰਦਵਾਲ ਸਾਹਿਬ ਤੋਂ ਚੱਲਦੇ ਖਡੂਰ ਆ ਜਾਂਦੇ ਆ, ਜਾਂ ਕਦੇ ਖਡੂਰ ਸਾਹਿਬ ਤੋਂ ਚੱਲਦੇ ਗੋਇੰਦਵਾਲ ਸਾਹਿਬ ਪਹੁੰਚਦੇ ਆ। ਵਿਪਨ ਬਿਲੋਕਤ ਸੁੰਦਰਤਾਈ। ਤੇ ਜੰਗਲ ਦੀ ਬੜੀ ਸੋਹਣੀ ਸੁੰਦਰਤਾ ਹੀ ਸਤਿਗੁਰੂ ਜੀ ਵੇਖਦੇ
ਵੇਖਦੇ ਐ। ਤਨ ਕੋ ਤਿਆਗਨ ਚਿਤਵਤ ਚਾਹਤ, ਤੇ ਐਨੀ ਸੁੰਦਰ ਬਸੰਤ ਰੁੱਤ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਵੇਖੀ ਤੇ ਵਿਚਾਰ ਕੀਤੀ ਵੀ ਹੁਣ ਜਿਹੜਾ ਸਰੀਰ ਹੈ ਪੰਜ ਭੌਤਿਕ ਇੰਨੀ ਸੋਹਣੀ ਰੁੱਤ ਵਿੱਚ ਅਸੀਂ ਤਿਆਗ ਦਈਏ। ਗਮਨ ਅਬ ਬੈਕੁੰਠ ਉਮਾਹਤ, ਤੇ ਮਹਾਰਾਜ ਦੇ ਮਨ ਵਿੱਚ ਇੱਛਾ ਜਾਗੀ ਹੈ ਵੀ ਅਸੀਂ ਇਹ ਸਰੀਰ ਛੱਡ ਕੇ ਤੇ ਸੱਚਖੰਡ ਨੂੰ ਚਾਲਾ ਮਾਰ ਦਈਏ। ਸਭ ਮਹਿ ਸੰਗਤ ਮਹਿ ਕਹਿ ਬਿਦਤਾਈ, ਇਹ ਜਿਹੜਾ ਬਚਨ ਸੀ ਮਹਾਰਾਜ ਨੇ ਮਨ ਦੀ ਬਾਤ ਜਿਹੜੀ ਆ ਨਾ ਸਾਰੀ ਸੰਗਤ ਨੂੰ ਪ੍ਰਤੱਖ ਕਰਕੇ ਸੁਣਾ ਦਿੱਤੀ ਵੀ ਅਸੀਂ ਹੁਣ ਸੱਚਖੰਡ ਨੂੰ ਚਾਲਾ ਮਾਰਨਾ ਹੈ। ਤਜਹ ਸਰੀਰ ਅਬਹਿ ਚਿਤ ਆਈ, ਸਾਡੇ ਮਨ ਵਿੱਚ ਸੰਗਤ ਜੀ ਇਹ ਵਿਚਾਰ ਆਇਆ ਵੀ ਹੁਣ ਇਸ ਮਹੀਨਿਆਂ ਵਿੱਚ ਜਿਹੜਾ ਅਸੀਂ ਸਰੀਰ ਤਿਆਗ ਦਈਏ। ਸੁਨ ਸੁਨ ਸਿੱਖ ਹਿਰਦੈ ਬਿਸਮਾਵੈ, ਸੁਣ ਸੁਣ ਕੇ ਸਿੱਖ ਮਨ ਵਿੱਚ ਬੜੇ ਹੈਰਾਨ ਹੁੰਦੇ ਆ ਵੀ ਮਹਾਰਾਜ ਇਹ ਕੀ ਕਹਿ ਰਹੇ ਆ। ਵਾਹਿਗੁਰੂ ਤਜ ਦੇਹ ਸਮਾਵੈ, ਤੇ ਇਹ ਵਾਹਿਗੁਰੂ ਵਿੱਚ ਸਮਾਉਣਾ ਚਾਹੁੰਦੇ ਆ ਸੱਚੇ ਪਾਤਸ਼ਾਹ ਜੀ ਸਰੀਰ ਛੱਡ ਕੇ ਪੰਜ ਭੌਤਿਕ। ਜਹ ਕਹਿ ਪਸਰ ਗਈ ਇਮ ਬਾਤੀ, ਮਹਾਰਾਜ ਦੇ ਮੁਖੋਂ ਕਹੀ ਹੋਈ ਬਾਤ ਵੀ ਅਸੀਂ ਸੱਚਖੰਡ ਜਾਣਾ ਚਾਹੁੰਦੇ ਵਾਂ, ਇਹ ਬਾਤ ਚਾਰੇ ਪਾਸੇ ਸਿੱਖਾਂ ਵਿੱਚ ਫੈਲ ਰਹੀ ਹੈ। ਹਿਤੂ ਸੁਨਤ ਪਰ ਆਵਤ ਛਾਤੀ, ਜਿਹੜਿਆਂ ਸੰਗਤਾਂ ਨੂੰ ਪਤਾ ਲੱਗਦਾ ਨਾ ਵੀ ਹੁਣ ਗੁਰੂ ਅੰਗਦ ਪਾਤਸ਼ਾਹ ਜੀ ਸੱਚਖੰਡ ਚਾਲਾ ਮਾਰਨਗੇ, ਸੁਣ ਕੇ ਛੇਤੀ ਨਾਲ ਆ ਰਹੇ ਖਡੂਰ ਸਾਹਿਬ। ਊਚ ਨੀਚ ਜੁਤ ਚਾਰਹਾਂ ਵਰਨਾ, ਚਾਰੇ ਵਰਨ ਜਿਹੜੇ ਖੱਤਰੀ ਬ੍ਰਾਹਮਣ ਸੂਦ ਵੈਸ ਕੀ ਉੱਚੀਆਂ ਨੀਵੀਆਂ ਜਾਤਾਂ ਸੰਸਾਰ ਵਿੱਚ ਜਿਨ੍ਹਾਂ ਨੂੰ ਉੱਚੇ ਨੀਵੇਂ ਜਾਣਿਆ ਜਾਂਦਾ ਹੈ। ਸੁਨ ਸੁਨ ਹਿਰਦੈ ਬਿਸਮਤਾ ਕਰਨਾ, ਸਾਰੇ ਸੁਣ ਸੁਣ ਕੇ ਤੇ ਬੜੇ ਹੈਰਾਨ ਹੁੰਦੇ ਆ ਵੀ ਮਹਾਰਾਜ ਸੱਚਖੰਡ ਜਾ ਰਹੇ ਆ। ਪੂਰਬ ਕਹਿ ਸਮਾਵਹਿ ਫੇਰ, ਤੇ ਉਹ ਫਿਰ ਆਪਸ ਵਿੱਚ ਕਹਿੰਦੇ ਆ ਵੀ ਇਹਨਾਂ ਦੇ ਇਹ ਕਹਿੰਦੇ ਆ ਨਾ ਅਸੀਂ ਸਮਾ ਜਾਣਾ ਤੇ ਇਹਨਾਂ ਦੇ ਸਮਾਉਣ ਤੋਂ ਪਹਿਲਾਂ ਹੀ ਕਰਾਮਾਤ ਕੇ ਧਨੀ ਵਡੇਰ, ਜਿਹੜੇ ਕਰਾਮਾਤ ਦੇ ਬੜੇ ਧਨੀ ਹਨ ਜਾਂ ਪੂਰਬ ਪਹਿਲਾਂ ਹੀ ਦੱਸ ਦਿੱਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਵੀ ਅਸੀਂ ਜੋਤੀ ਜੋਤ ਸਮਾਉਣਾ ਗੁਰੂ ਨਾਨਕ ਮਹਾਰਾਜ ਵਾਂਗਰ। ਤੋ ਇਉਂ ਆਪਸ ਵਿੱਚ ਲੋਕ ਸਿੱਖ ਗੱਲਾਂ ਕਰਦੇ ਆ ਵੀ ਬੜੇ ਭਾਰੀ ਕਰਾਮਾਤ ਵਾਲੇ, ਕਰਾਮਾਤ ਦੇ ਧਨੀ ਹਨ ਵੱਡੇ। ਜਹ ਕਹਿ ਸਿੱਖ ਬਹੁ ਸੁਣ ਸੁਣ ਆਵੈ, ਜਿੱਥੇ ਕਿੱਥੇ ਵੀ ਸਿੱਖਾਂ ਨੂੰ ਦੂਰ ਦੂਰ ਨੇੜੇ ਸੰਗਤਾਂ ਨੂੰ ਪਤਾ ਲੱਗਿਆ ਵੀ ਗੁਰੂ ਅੰਗਦ ਪਾਤਸ਼ਾਹ ਜੀ ਮਹਾਰਾਜ ਜੋਤੀ ਜੋਤ ਸਮਾ ਰਹੇ ਆ, ਸਭ ਸੰਗਤਾਂ ਆ ਰਹੀਆਂ ਹਨ। ਦਰਸ ਹੈ ਸਤਿਗੁਰ ਬਹੁਰ ਸਮਾਵੈ, ਕਹਿੰਦੇ ਆ ਚਲੋ ਭਾਈ ਛੇਤੀ ਦਰਸ਼ਨ ਕਰ ਲਓ, ਮਹਾਰਾਜ ਦਾ ਆਖਰੀ ਦਰਸ਼ਨ ਹੈ। ਫੇਰ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨੇ ਜੋਤੀ ਜੋਤ ਸਮਾ ਜਾਣਾ ਹੈ। ਅਪਰ ਲੋਕ ਅਵਲੋਕਨ ਕਾਰਨ, ਹੋਰ ਵੀ ਪਾਸਿਓਂ ਲੋਕ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਵਹਿ ਕਰਤੇ ਸੋ ਜਸ ਵਿਚਾਰਨ, ਮਹਾਰਾਜ ਦੀ ਵਡਿਆਈ ਕਰਦੇ ਹੋਏ ਖਡੂਰ ਸਾਹਿਬ ਆ ਰਹੇ ਆ। ਸੁਨ ਸ਼੍ਰੀ ਅਮਰ ਅਧਿਕ ਅਕੁਲਾਏ, ਸੁਣ ਕੇ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜਦੋਂ ਪਤਾ ਲੱਗਿਆ ਮਹਾਰਾਜ ਆ ਭਾਣਾ ਵਰਤਾ ਰਹੇ ਆ, ਸੁਣ ਕੇ ਬੜੇ ਉਕਲਾਏ ਆ, ਦੁਖੀ ਜੇ ਹੋਏ ਆ। ਨਹਿ ਪਹੁੰਚਹਿ ਟਿਕ ਬਿਨਾ ਬੁਲਾਏ, ਤੇ ਨਾਲੇ ਵਿਚਾਰ ਕਰਦੇ ਵੀ ਮਹਾਰਾਜ ਨੇ ਬੁਲਾਇਆ ਨਹੀਂ ਸਾਨੂੰ ਤੇ ਅਸੀਂ ਕਿਵੇਂ ਉਹਨਾਂ ਦੇ ਪਾਸ ਚਲੇ ਜਾਈਏ। ਘਟੀ ਕਲਪ ਸਮ ਬੀਤਹਿ ਤਾਹੀ, ਤੇ ਮਹਾਰਾਜ ਗੁਰੂ ਅਮਰਦਾਸ ਜੀਆਂ ਨੂੰ ਆਖਿਆ ਸੀ ਸ੍ਰੀ ਅੰਗਦ ਦੇਵ ਜੀ ਮਹਾਰਾਜ ਨੇ ਤੁਸੀਂ ਸਾਡੇ ਸੱਦੇ ਬਿਨਾਂ ਖਡੂਰ ਸਾਹਿਬ ਨਾ ਆਇਓ। ਜਦੋਂ ਸੁਨੇਹਾ ਮਿਲਿਆ ਮਹਾਰਾਜ ਦੇ ਸੱਚਖੰਡ ਚਾਲੇ ਮਾਰਨ ਦਾ ਤੇ ਗੁਰੂ ਅਮਰਦਾਸ ਮਹਾਰਾਜ ਦੀ ਇੱਕ ਘੜੀ ਕਲਪ ਵਾਂਗੂ ਬਤੀਤ ਹੁੰਦੀ ਵੈ। 4 ਯੁੱਗਾਂ ਦੀ ਖਾਲਸਾ ਜੀ ਇੱਕ ਚੌਂਕੜੀ ਮੰਨੀ ਜਾਂਦੀ ਹੈ। 1000 ਚੌਂਕੜੀ ਬਤੀਤ ਜਾਵੇ ਬ੍ਰਹਮੇ ਦਾ ਇੱਕ ਦਿਨ ਮੰਨਿਆ ਜਾਂਦਾ, ਜਿਹਨੂੰ ਇੱਕ ਕਲਪ ਕਹਿੰਦੇ ਆ। ਤੋ ਕਵੀ ਜੀ ਕਹਿੰਦੇ ਇੱਕ ਘੜੀ ਜਿਹੜੀ ਹੈ ਨਾ 24 ਮਿੰਟ ਦੀ ਸ਼੍ਰੀ ਅਮਰਦਾਸ ਜੀ ਦੀ ਇੱਕ ਕਲਪ ਵਾਂਗੂ ਬਤੀਤ ਹੋ ਰਹੀ ਹੈ। ਕਰਤ ਆਰਾਧਨ ਬਹ ਮਨ ਮਾਹੀ, ਮਨ ਦੇ ਵਿੱਚ ਬੜਾ ਭਾਰੀ ਆਰਾਧਨ ਕਰ ਰਹੇ ਸਤਿਗੁਰਾਂ ਦਾ। ਸ਼੍ਰੀ ਅੰਗਦ ਲਖ ਅੰਤਰ ਜਾਮੀ, ਤੇ ਗੁਰੂ ਗਰੀਬ ਨਵਾਜ ਜੀ ਅੰਗਦ ਦੇਵ ਜੀ ਸਤਿਗੁਰੂ ਜਾਣ ਗਏ ਆ ਵੀ ਸ਼੍ਰੀ ਅਮਰਦਾਸ ਜੀ ਸਾਨੂੰ ਯਾਦ ਕਰ ਰਹੇ ਹਨ। ਪਠਿਓ ਕਾਰਨ ਸਿੱਖ ਤਬ ਸੁਆਮੀ, ਮਹਾਰਾਜ ਜੀਆਂ ਫਿਰ ਇੱਥੋਂ ਖਡੂਰ ਸਾਹਿਬ ਤੋਂ ਸਿੱਖ ਭੇਜਿਆ ਸੱਦਾ ਦੇ। ਸਾਦਰ ਜਾਏ ਆਵਾਹਨ ਕੀਨੇ, ਉਹਨੇ ਬੜੇ ਸਤਿਕਾਰ ਦੇ ਸਹਿਤ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਨੂੰ ਆਖਿਆ ਹੈ ਸੁਨਤ ਚੱਲਿਓ ਜਲ ਸੋ ਤ੍ਰਿਗ ਪੀਨੇ, ਵੀ ਮਹਾਰਾਜ ਤਾਂ ਸੱਚਖੰਡ ਚਾਲਾ ਮਾਰਨ ਲੱਗੇ ਆ, ਤੁਹਾਨੂੰ ਯਾਦ ਕੀਤਾ। ਸ਼੍ਰੀ ਅਮਰਦਾਸ ਜੀ ਮਹਾਰਾਜ ਦੇ ਉਹਦੇ ਹੀ ਨੇਤਰਾਂ ਚੋਂ ਜਲ ਚੋਣ ਲੱਗਿਆ ਤੇ ਬੜੀ ਕਾਹਲੀ ਨਾਲ ਖਡੂਰ ਸਾਹਿਬ ਆਏ ਆ। ਤਾਤ ਕਾਲ ਗੁਰ ਦਰਸ਼ਨ ਕਰਿਓ, ਬੜੀ ਜਲਦੀ ਨਾਲ ਪਹੁੰਚ ਕਰਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਹਨ। ਤੂਰਨ ਕਰਤ ਚਰਨ ਪਰ ਪਰਿਓ, ਬੜੀ ਜਲਦੀ ਦੇ ਨਾਲ ਹੱਥ ਜੋੜੇ ਤੇ ਮਹਾਰਾਜ ਦੇ ਚਰਨੀ ਲਪਟ ਗਏ ਹਨ। ਦਰਵੀ ਬਿਲੋਚਨ ਤੇ ਜਲ ਧਾਰਾ, ਨੇਤਰ ਦਰਵੀ ਭੂਤ ਹੋ ਰਹੇ ਵੈ, ਜਲ ਵਹਿ ਰਿਹਾ ਹੈ। ਮਨਹਾ ਪ੍ਰੇਮ ਕੋ ਛੁਟਿਓ ਫਹਾਰਾ, ਇਉਂ ਮਾਨੋ ਵੀ
ਪ੍ਰੇਮ ਦਾ ਫੁਹਾਰਾ ਹੀ ਸ੍ਰੀ ਅਮਰਦਾਸ ਜੀ ਨੇਤਰ ਪ੍ਰੇਮ ਦੇ ਹੀ ਫੁਹਾਰ ਬਣ ਗਏ ਹੋਣ। ਵਿਆਕਲ ਪਰਮ ਜਾਨ ਕਰ ਦਾਸਾ। ਬੜੇ ਵੱਡੇ ਵਿਆਕੁਲ ਜਾਣਿਆ ਨਾ ਜਦੋਂ ਸ੍ਰੀ ਅੰਗਦ ਦੇਵ ਜੀ ਮਹਾਰਾਜ ਨੇ ਅਮਰਦਾਸ ਜੀ ਨੂੰ, ਸ਼੍ਰੀ ਅੰਗਦ ਮੁਖ ਬਾਕ ਪ੍ਰਕਾਸ਼ਾ। ਤੇ ਸਤਿਗੁਰਾਂ ਮੁਖੋਂ ਇਹ ਬਚਨ ਕੀਤਾ ਸੇਵਕ ਦੇ ਤਾਈ। ਸੁਣ ਪੁਰਖਾ ਪੂਰਨ ਤਮ ਗਿਆਨ। ਇਹ ਪੁਰਖਾ ਸ੍ਰੀ ਅਮਰਦਾਸ ਜੀ ਸੁਣੋ, ਤੁਹਾਡੇ ਪਾਸ ਪੂਰਨ ਗਿਆਨ ਹੈ, ਪੂਰਨ ਬ੍ਰਹਮ ਗਿਆਨੀ ਹੋ। ਪਰਮ ਧਾਮ ਮੈਂ ਕਰਾਂ ਭਿਆਨ। ਤੇ ਇਸ ਪ੍ਰਕਾਰ ਅਸੀਂ ਜਿਹੜੇ ਨਾ ਪਰਮ ਧਾਮ ਜਿਹੜਾ ਪਰਮ ਆਪਾ ਹੈ ਉਹਦੇ ਵਿੱਚ ਅਸੀਂ ਪਿਆਨਾ ਕਰਨਾ ਚਾਹੁੰਦੇ ਹਾਂ, ਪਰਮੇਸ਼ਰ ਵਿੱਚ ਲੀਨ ਹੋਣਾ ਚਾਹੁੰਦੇ ਹਾਂ। ਹਰਖ ਸ਼ੋਕ ਮਨ ਮਹਿ ਨਹਿ ਕੋ। ਇਹ ਸਾਡੇ ਮਨ ਵਿੱਚ ਕੋਈ ਹਰਖ ਤੇ ਸ਼ੋਕ ਨਹੀਂ ਹੈ। ਤੂੰ ਪ੍ਰਤਾਖਿਆ ਰੂਪ ਮਮ ਹੋ। ਤੇ ਇਹ ਜਾਣ ਲਓ ਸ੍ਰੀ ਅਮਰਦਾਸ ਜੀ, ਉਸ ਤੋਂ ਬਾਅਦ ਜਾਂ ਹੁਣੇ ਹੀ ਤੁਸੀਂ ਸਾਡਾ ਪ੍ਰਗਟ ਪ੍ਰਤੱਖ ਰੂਪ ਹੋ, ਸਾਡੇ ਤੁਹਾਡੇ ਵਿੱਚ ਭੇਦ ਨਹੀਂ ਹੈ। ਦੇਹ ਅਛਤ ਗਿਆਨੀ ਜਗ ਐਸੇ। ਜਿਹੜੇ ਆ ਨਾ ਗਿਆਨਵਾਨ ਪੁਰਸ਼ ਉਹ ਸੰਸਾਰ ਵਿੱਚ ਦੇਹੀ ਨੂੰ ਜਿਹੜੀ ਨੂੰ ਇਸ ਪ੍ਰਕਾਰ ਜਾਣਦੇ ਹਨ। ਭਰਿਓ ਕੁੰਭ ਸਾਗਰ ਰਹਿ ਜੈਸੇ। ਜਿਵੇਂ ਜਿਹੜੇ ਗਿਆਨਵਾਨ ਪੁਰਸ਼ ਹੁੰਦੇ ਸੰਸਾਰ ਤੇ ਦੇਹੀ ਇਉਂ ਧਾਰਦੇ ਵੈ, ਜਿਵੇਂ ਉਹ ਘੜਾ ਜਲ ਦਾ ਭਰਿਆ ਹੋਇਆ ਸਮੁੰਦਰ ਵਿੱਚ ਰੱਖਿਆ ਹੋਵੇ। ਸਮੁੰਦਰ ਦੇ ਵਿੱਚ ਪਿਆ ਹੁੰਦਾ ਘੜਾ ਖਾਲਸਾ ਜੀ, ਪਰ ਰੂਪ ਤਾਂ ਸਮੁੰਦਰ ਦਾ ਹੀ ਹੈ, ਪਾਣੀ ਉਹਨਾਂ ਦਾ ਇੱਕਮਿਕ ਹੁੰਦਾ। ਬਸ ਉਹ ਘੜੇ ਦੇ ਕਰਕੇ ਥੋੜਾ ਆਕਾਰ ਜਿਹਾ ਪ੍ਰਤੀਤ ਹੁੰਦਾ ਹੈ, ਤੇ ਜਦ ਹੀ ਉਹ ਘੜਾ ਟੁੱਟ ਜਾਵੇ ਤੇ ਉਹ ਅੰਦਰਲਾ ਪਾਣੀ ਸਮੁੰਦਰਲਾ ਤੋਂ ਸਮੁੰਦਰ ਵਾਲਾ ਪਾਣੀ ਔਰ ਘੜੇ ਵਾਲਾ ਪਾਣੀ ਪਹਿਲਾਂ ਹੀ ਇੱਕ ਹੀ ਹੁੰਦਾ, ਪਰ ਘੜਾ ਟੁੱਟਣ ਦੇ ਸਾਰ ਫਿਰ ਉਹ ਜਿਹੜਾ ਥੋੜਾ ਬਹੁਤੀ ਉਪਾਧੀ ਜੀ ਹੁੰਦੀ ਉਹ ਵੀ ਮਿਟ ਜਾਂਦੀ ਹੈ। ਮਾਰੇ ਕਹਿੰਦੇ ਜਿਹੜੇ ਗਿਆਨਵਾਨ ਪੁਰਸ਼ ਹੁੰਦੇ ਉਹ ਸੰਸਾਰ ਤੇ ਇਉਂ ਰਹਿੰਦੇ ਵੈ, ਉਹਨਾਂ ਦਾ ਸਰੀਰ ਜਿਵੇਂ ਸਮੁੰਦਰ ਵਿੱਚ ਘੜਾ ਪਿਆ ਹੁੰਦਾ ਹੈ। ਘਟ ਫੂਟੇ ਜਲ ਸੋ ਜਲ ਮਿਲੈ। ਤੇ ਘਟ ਫੂਟੇ ਤੇ ਉਹੀ ਪ੍ਰਕਾਸ਼। ਜਦੋਂ ਘੜਾ ਟੁੱਟ ਜਾਂਦਾ ਜਿਵੇਂ ਤੇ ਜਲ ਤੇ ਜਲ ਨਾਲ ਤਾਂ ਪਹਿਲਾਂ ਹੀ ਮਿਲਿਆ ਹੁੰਦਾ ਘੜੇ ਦਾ, ਸਮੁੰਦਰ ਵਿੱਚ ਘੜਾ ਪਿਆ ਹੋਵੇ ਪਾਣੀ ਵੱਖ ਨਹੀਂ ਨਾ ਹੁੰਦਾ, ਪਰ ਜਿਹੜਾ ਥੋੜਾ ਜਿਹਾ ਉਪਾਧ ਜੀ ਬਣੀ ਹੁੰਦੀ ਘੜੇ ਕਰਕੇ ਵੀ ਸ਼ਾਇਦ ਇਹ ਘੜੇ ਦਾ ਪਾਣੀ ਸਮੁੰਦਰ ਦਾ ਪਾਣੀ ਘੜਾ ਟੁੱਟ ਜਾਣ ਤੇ ਉਹ ਵੀ ਇੱਕਮਿਕ ਹੋ ਜਾਂਦਾ। ਇਸੇ ਤਰ੍ਹਾਂ ਸਰੀਰ ਰੂਪੀ ਘੜਾ ਬਸ ਕੇਵਲ ਸਰੀਰ ਦੀ ਉਪਾਧੀ ਜੀ ਹੈ ਵੀ ਆ ਪੰਜ ਤੱਤਾਂ ਦੇ ਕਾਰਨ, ਉਹ ਹੈ ਪਰਮੇਸ਼ਰ ਰੂਪ ਸਮੁੰਦਰ ਦੇ ਵਿੱਚੋਂ ਇੱਕ ਵਿਕ ਹੀ ਹੋਇਆ ਹੈ। ਤਨ ਤਜ ਗਿਆਨੀ ਬ੍ਰਹਮ ਸੋਰ ਲੈ। ਤੇ ਜਦੋਂ ਫਿਰ ਗਿਆਨਵਾਨ ਪੁਰਸ਼ ਸਰੀਰ ਛੱਡ ਦਿੰਦੇ ਆ, ਹੁੰਦੇ ਪਹਿਲਾਂ ਹੀ ਪਰਮੇਸ਼ਰ ਦਾ ਰੂਪ, ਪਰ ਉਹ ਜਿਹੜਾ ਘੜੇ ਦੀ ਜਿਵੇਂ ਉਪਾਧੀ ਜੀ ਬਸ ਬਣੀ ਹੁੰਦੀ ਸਰੀਰ ਕਰਕੇ ਵੱਖ ਲੱਗਦੇ ਆ। ਸਰੀਰ ਨਾਸ਼ ਹੋਣ ਤੇ ਫਿਰ ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ। ਇਸ ਤਰ੍ਹਾਂ ਹੋ ਜਾਂਦੇ ਹਨ। ਆਵਨ ਨਹਿ ਮੇਰੋ ਨਹਿ ਜਾਵਾ। ਇਹ ਸ੍ਰੀ ਅਮਰਦਾਸ ਜੀ, ਸਾਡਾ ਨਾ ਇਸ ਸੰਸਾਰ ਤੇ ਕੋਈ ਆਉਣਾ ਜੰਮਣਾ ਹੈ ਤੇ ਨਾ ਹੀ ਮਰਨਾ। ਅਸੀਂ ਜੰਮਣ ਮਰਨ ਵਿੱਚ ਨਹੀਂ ਹਾਂ। ਜਿਹੜੇ ਹੈ ਜਨਮ ਮਰਨ ਦੋਹੁ ਮਹਿ ਨਾਹੀ, ਜਨ ਪਰ ਉਪਕਾਰੀ ਆਏ। ਪਰਮਾਤਮਾ ਨਿਜ ਰੂਪ ਸਮਾਵਾ। ਤੇ ਅਸੀਂ ਪਰਮਾਤਮਾ ਦੇ ਪਰਮਾਤਮਾ ਜੋ ਸਾਡਾ ਨਿਜ ਸਰੂਪ ਹੈ ਉਸ ਵਿੱਚ ਸਮਾ ਜਾਣਾ ਹੈ। ਪੁਨ ਸਿੱਖਿਆਨ ਸੋ ਗਿਰਾ ਉਚਾਰੀ। ਤੇ ਇਸ ਕਰਕੇ ਮਹਾਰਾਜ ਜੀਆਂ ਫਿਰ ਸਾਧ ਸੰਗਤ ਜੀ ਸਿੱਖਾਂ ਦੇ ਤਾਈਂ ਪਹਿਲਾਂ ਸ੍ਰੀ ਅਮਰਦਾਸ ਜੀ ਨੂੰ ਉਪਦੇਸ਼ ਦਿੱਤਾ, ਫਿਰ ਸਤਿਗੁਰਾਂ ਨੇ ਸਿੱਖਾਂ ਤਾਈਂ ਬਚਨ ਕੀਤਾ ਹੈ। ਉਠ ਆਨਹ ਗਾਗਰ ਭਰ ਬਾਰੀ। ਮਾਰੇ ਸਿੱਖਾਂ ਨੂੰ ਕਹਿੰਦੇ ਭਾਈ ਜਾਓ ਹੁਣ ਗਾਗਰ ਜਿਹੜੀ ਵਾ ਨਾ ਜਲ ਦੀ ਭਰ ਕੇ ਲੈ ਆਓ। ਅਮਰਦਾਸ ਇਸ਼ਨਾਨ ਕਰਾਵਹ। ਉਸ ਗਾਗਰ ਦੇ ਨਾਲ ਧੰਨ ਸ੍ਰੀ ਅਮਰਦਾਸ ਜੀ ਦਾ ਇਸ਼ਨਾਨ ਕਰਵਾਓ ਸੁੰਦਰ। ਸਭ ਸੰਗਤ ਕੋ ਮੇਲ ਕਰਾਵਹ। ਤੇ ਸਾਰੀ ਸੰਗਤ ਨੂੰ ਜਿਹੜਾ ਨਾ ਇਕੱਠਾ ਕਰੋ ਇਸ ਅਸਥਾਨ ਤੇ, ਸਭ ਸੰਗਤ ਦਾ ਜੋੜ ਮੇਲਾ ਕੀਤਾ ਜਾਵੇ ਇੱਕੋ ਅਸਥਾਨ ਤੇ। ਦੋਨਹ ਪੁੱਤਰ ਹਕਾਰ ਨ ਕਰੋ। ਤੇ ਸਾਡੇ ਦੋਵਾਂ ਪੁੱਤਰ ਦਾਸੂ ਤੇ ਦਾਤੂ ਨੂੰ ਵੀ ਇੱਥੇ ਬੁਲਾ ਲਓ ਸੰਗਤ ਵਿੱਚ। ਮਮ ਤਿਆਰੀ ਹੈ ਦੇਰ ਨ ਧਰੋ। ਕਿਉਂਕਿ ਸਾਡਾ ਹੁਣ ਪੂਰਾ ਤਿਆਰਾ ਹੈ ਸੱਚਖੰਡ ਨੂੰ ਜਾਣ ਦਾ, ਕੋਈ ਦੇਰੀ ਨਾ ਕਰੋ ਭਾਈ। ਸੰਸਕਾਰਨ ਕੀ ਸਾਜ ਵਿਸਾਲਾ। ਜਿਹੜੀ ਉਹ ਸੰਸਕਾਰ ਕਰਨ ਦੀ ਸੌਂਜ ਸਮਗਰੀ ਹੁੰਦੀ ਹੈ ਬੜੀ ਭਾਰੀ, ਚੰਦਨ ਆਦਿਕ ਕਰਹ ਇਕੱਤਰ ਸਕਲ ਤਤਕਾਲਾ। ਬੜੀ ਜਲਦੀ ਨਾਲ ਇਹ ਸਿੱਖੋ ਸਭ ਸਮਗਰੀ ਸੰਸਕਾਰ ਦੀ ਇਕੱਠੀ ਕੀਤੀ ਜਾਵੇ। ਪੈਸੇ ਪੰਜ ਨ ਲੇਰ ਅਨਾਵਹ। ਤੇ ਨਾਲੇ 5 ਪੈਸੇ ਤੇ ਇੱਕ ਨਾਲੀਏਰ ਲੈ ਕੇ ਆਂਦਾ ਜਾਵੇ। ਫੂਲਣ ਮਾਲ ਵਿਸਾਲ ਬਨਾਵਹ। ਤੇ ਸੁੰਦਰ ਵੱਡੇ ਫੁੱਲਾਂ ਦੀ ਮਾਲਾ ਜਾਂ ਮਾਲਾ ਫੁੱਲਾਂ ਦੀ ਵੱਡੀ ਤਿਆਰ ਕੀਤੀ ਜਾਵੇ। ਤਿਲ ਚੰਦਨ ਕੇਸਰ ਕੋ ਆਨਹ। ਤਿਲ ਲੈ ਆਓ, ਚੰਦਨ ਲੈ ਆਓ ਤੇ ਕੇਸਰ ਆਦਿਕ ਲਿਆਂਦਾ ਜਾਵੇ। ਕੁਸ਼ਾ ਪੁਨੀਤ ਲੀਪ ਬੋ ਠਾਨਹ। ਬੜੇ ਪਵਿੱਤਰ
ਫੁੱਲ ਜਿਹੜੇ ਵਾ ਉਹ ਲਿਆਂਦੇ ਜਾਣ, ਪੁਸ਼ਪ ਫੁੱਲ ਲਿਆਂਦੇ ਜਾਣ। ਤੋ ਇਸੇ ਪ੍ਰਕਾਰ ਜਿਹੜਾ ਹੈ ਨਾ ਇਹਨਾਂ ਸਾਰਿਆਂ ਦਾ ਲੀਪ ਬਣਾਇਆ ਜਾਵੇ, ਇਹਨਾਂ ਨੂੰ ਜਿਹੜਾ ਵਾ ਉਹਦਾ ਲੇਪਣ ਬਣਾਇਆ ਜਾਵੇ, ਜਾਂ ਕੁਸ਼ਾ ਦੱਬ ਨੂੰ ਵੀ ਕਹਿੰਦੇ ਹੋ। ਦੱਬ ਜਿਹੜੀ ਹੁੰਦੀ ਉਹ ਹੇਠਾਂ ਧਰਤੀ ਤੇ ਵਿਛਾਈ ਜਾਵੇ, ਉਹਦਾ ਉੱਪਰ ਲੇਪਣ ਕੀਤਾ ਜਾਵੇ ਇਤਿਆਦਿਕ, ਜਾਂ ਲੇਪਣ ਕਰ ਉੱਪਰ ਦੱਬ ਵਿਛਾਈ ਜਾਵੇ, ਜਿਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਕੀਤਾ ਕੌਤਕ। ਇਹ ਪਾਵਨ ਪਵਿੱਤਰ ਪ੍ਰਸੰਗ ਮਹਾਰਾਜ ਦੇ ਜੋਤੀ ਜੋਤ ਸਮਾਵਣ ਦੀਆਂ ਤਿਆਰੀਆਂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਦੋਹਾਂ ਪੁੱਤਰਾਂ ਨੂੰ ਵੀ, ਸਿੱਖਾਂ ਨੂੰ, ਸਭ ਨੂੰ ਇਕੱਤਰ ਕੀਤਾ। ਜਥਾ ਖਾਲਸਾ ਜੀ ਅੱਗੇ ਪ੍ਰਸੰਗ ਆ ਰਹੇ ਆ। ਦਾਸੂ ਤੇ ਦਾਤੂ ਜੀ ਨੂੰ ਮਹਾਰਾਜ ਜੀਆਂ ਨੇ ਆਖਿਆ ਸੀ ਵੀ ਜੇ ਕੁਝ ਹੁਣ ਲੈਣਾ ਤੇ ਸ੍ਰੀ ਅਮਰਦਾਸ ਜੀ ਦੇ ਪੈਰੀਂ ਪੈ ਜਾਓ। ਮਹਾਰਾਜ ਜੀਆਂ ਗੁਰਤਾ 5 ਪੈਸੇ ਨਾਲੀਰ ਦੇ ਦਿੱਤੇ ਸਨ। ਬਾੜ ਵਿੱਚ ਸਭ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਚਰਨੀ ਪਏ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪੁੱਤਰਾਂ ਨੇ ਫਿਰ ਜਵਾਬ ਦੇ ਦਿੱਤਾ ਸੀ ਵੀ ਨਾਲੇ ਘਰ ਦੀ ਵਸਤੂ ਗਾਂਹ ਦੇ ਦਿੱਤੀ, ਤਾਂ ਨੌਕਰ ਸੀਗੇ, ਸੇਵਕ ਸੀ ਇਸ ਘਰ ਦੇ, ਤੇ ਨਾਲੇ ਹੁਣ ਸਾਨੂੰ ਇਹਨਾਂ ਦੇ ਪੈਰੀਂ ਪਾਉਂਦੇ ਹੋ। ਇਹੋ ਜਿਹੇ ਮਹਾਰਾਜ ਜੀਆਂ ਬਚਨ ਸੁਣ ਕੇ ਫਿਰ ਪੁੱਤਾਂ ਵੱਲੋਂ ਮੁੱਖ ਫੇਰ ਲਿਆ, ਚੁੱਪ ਹੋ ਗਏ ਸਨ। ਜਥਾ ਪ੍ਰਸੰਗ ਅੱਗੇ ਮਹਾਰਾਜ ਦੇ ਜੋਤੀ ਜੋਤ ਸਮਾਵਣੇ ਦਾ ਆ ਰਿਹਾ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਜਿਵੇਂ ਗੁਰਿਆਈ ਸਤਿਗੁਰਾਂ ਬਖਸ਼ਿਸ਼ ਕੀਤੀ, ਉਹ ਸਾਰਾ ਪ੍ਰਸੰਗ ਅੱਗੇ ਆ ਰਿਹਾ। ਕੱਲ੍ਹ ਦੇ ਦੀਵਾਨ ਵਿੱਚ ਵਿਚਾਰਾਂਗੇ। ਇੱਥੇ ਸਮਾਪਤੀ ਹੈ। ਇਹ ਪਹਿਲੀ ਰਾਸ ਦੇ ਖਾਲਸਾ ਦੀ 26 ਅੰਸੂ ਜਿਹੜੇ ਇੱਥੇ ਸੰਪੂਰਨ ਹੁੰਦਾ ਹੈ। ਹੋਈਆਂ ਭੁੱਲਾਂ ਦੀ ਖਿਮਾ ਆਪ ਸਭ ਸੰਗਤਾਂ ਦੇ ਮਹਾਰਾਜ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਪੈਸੇ ਪੰਚ ਨਲੇਰ ਅਨਾਵਹ, ਫੂਲਣ ਮਾਲ ਵਿਸ਼ਾਲ ਬਨਾਵਹ, ਤਿਲ ਚੰਦਨ ਕੇਸਰ ਕੋ ਆਨਹ, ਕੁਸ਼ਾ ਪੁਨੀਤ ਲੀਪ ਬੋਠਾਨਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ, ਅਘਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਦਾਨ ਜਾ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ ਹੈ ਪੀ ਹੋਵਨਹਾਰ। ਹੈ ਸੰਤਹਿ ਕੈ ਸਦਾ ਸੰਗ ਨਿਦਾਰਾ ਆਧਾਰ। ਹੈ ਠਾਕੁਰ ਹਉ ਦਾਸ रो ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ ਰਾਖਾਹੀਐ ਪਰੋਇ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਣ ਹਸ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।